प्यारे बच्चियों, मैं सुखविंदर लाल साइंस मास्टर सरकारी स्मार्ट सीनियर सैकेंडरी स्कूल लंगड़ोआ शहीद भगत सिंह नगर एक्टिंग एज BM साइंस नवां शहर ब्लॉक आप सब ਦਾ ਅੱਜ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਬੱਚਿਓ, ਆਪਾਂ ਅੱਜ ਪੜ੍ਹਨ ਜਾ ਰਹੇ ਹਾਂ 6ਵੀਂ ਕਲਾਸ ਦਾ ਪਾਠ 11 ਪ੍ਰਕਾਸ਼, ਪਰਛਾਵੇਂ ਅਤੇ ਪ੍ਰਵਰਤਨ ਮੀਨਸ ਲਾਈਟ, ਸ਼ੈਡੋਜ਼ ਐਂਡ ਰਿਫਲੈਕਸ਼ਨਸ। ਪਿਆਰੇ ਬੱਚਿਓ, ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਅੱਖਾਂ ਨਾਲ ਵੱਖ-ਵੱਖ ਆਕਾਰਾਂ ਅਤੇ ਆਕ੍ਰਿਤੀਆਂ ਦੀਆਂ ਵਸਤੂਆਂ ਦੇਖਦੇ ਹਾਂ। ਅਸੀਂ ਕਾਰਾਂ, ਸਾਈਕਲ, ਰੁੱਖ, ਰੰਗ ਬਰੰਗੇ ਸੋਹਣੇ ਫੁੱਲਾਂ ਅਤੇ ਆਪਣੇ ਪਿਆਰੇ ਦੋਸਤਾਂ ਨੂੰ ਵੀ ਵੇਖ ਸਕਦੇ ਹਾਂ। ਅਸੀਂ ਬੋਰਡ ਨੂੰ ਵੀ ਦੇਖਦੇ ਹਾਂ ਜਿਸ ਉੱਪਰ ਸਾਡੇ ਅਧਿਆਪਕ ਜੀ ਸਾਨੂੰ ਪੜ੍ਹਾਉਂਦੇ ਹਨ। ਪਿਆਰੇ ਬੱਚਿਓ, ਜਰਾ ਸੋਚੋ ਕਿ ਕੇਵਲ ਸਾਡੀਆਂ ਅੱਖਾਂ ਹੀ ਸਾਨੂੰ ਵੇਖਣ ਵਿੱਚ ਮਦਦ ਕਰਦੀਆਂ ਹਨ। ਪਿਆਰੇ ਬੱਚਿਓ, ਜਦੋਂ ਅਸੀਂ ਕਮਰੇ ਵਿੱਚ ਬੰਦ ਹੁੰਦੇ ਹਾਂ ਤਾਂ ਸਾਨੂੰ ਕੋਈ ਵੀ ਵਸਤੂ ਦਿਖਾਈ ਨਹੀਂ ਦਿੰਦੀ, ਪਰੰਤੂ ਜਿਵੇਂ ਹੀ ਕਮਰੇ ਨੂੰ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ ਤਾਂ ਸਾਨੂੰ ਕਮਰੇ ਵਿੱਚ ਪਈਆਂ ਵਸਤੂਆਂ ਦਿਖਾਈ ਦੇਣ ਲੱਗ ਜਾਂਦੀਆਂ ਹਨ। ਬੱਚਿਓ, ਇਸ ਦਾ ਅਰਥ ਹੋਇਆ ਕਿ ਅਸੀਂ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹੀ ਵਸਤੂਆਂ ਨੂੰ ਵੇਖ ਸਕਦੇ ਹਾਂ। ਬਿਨਾਂ ਪ੍ਰਕਾਸ਼ ਦੇ ਸਾਨੂੰ ਵਸਤੂਆਂ ਨਜ਼ਰ ਨਹੀਂ ਆਉਣਗੀਆਂ। ਆਓ ਪਿਆਰੇ ਬੱਚਿਓ, ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਪ੍ਰਕਾਸ਼। ਬੱਚਿਓ, ਪ੍ਰਕਾਸ਼ ਊਰਜਾ ਦਾ ਇੱਕ ਅਜਿਹਾ ਰੂਪ ਹੈ ਜੋ ਸਾਨੂੰ ਆਲੇ ਦੁਆਲੇ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਮਦਦ ਕਰਦਾ ਹੈ। ਲਾਈਟ। Light is a form of energy which helps us to see the objects around us. ਪ੍ਰਕਾਸ਼ ਦੇ ਸਰੋਤ means sources of light. ਪਿਆਰੇ ਬੱਚਿਓ, ਸਾਨੂੰ ਕਈ ਪ੍ਰਕਾਰ ਦੇ ਸਰੋਤਾਂ ਤੋਂ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਜਿਵੇਂ ਸੂਰਜ, ਚੰਦਰਮਾ, ਤਾਰੇ, CFL, ਮੋਮਬੱਤੀਆਂ ਆਦਿ। Dear students, there are various sources of light like sun, moon, stars, CFL, candles, etc. ਮੁੱਖ ਤੌਰ ਤੇ ਪ੍ਰਕਾਸ਼ ਦੇ ਸਰੋਤਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। Light sources are broadly classified into two types. Number 1, ਪ੍ਰਕਾਸ਼ ਦੇ ਕੁਦਰਤੀ ਸਰੋਤ means natural sources of light. Number 2, ਪ੍ਰਕਾਸ਼ ਦੇ ਬਨਾਵਟੀ ਸਰੋਤ means artificial sources of light. ਸੂਰਜ means sun, ਤਾਰੇ means stars, ਜੁਗਨੂ means fireflies are the natural sources of light. CFL candle means ਮੋਮਬੱਤੀ, LED means light emitting diode ਪ੍ਰਕਾਸ਼ ਦੇ ਬਨਾਵਟੀ ਸਰੋਤ ਹਨ। ਪਿਆਰੇ ਬੱਚਿਓ, ਕਿਉਂਕਿ ਇਹ ਸਰੋਤ ਮਨੁੱਖ ਦੁਆਰਾ ਵਿਕਸਿਤ ਕੀਤੇ ਗਏ ਹਨ, ਇਸ ਲਈ ਇਹਨਾਂ ਨੂੰ ਮੈਨ ਮੇਡ ਸੋਰਸਸ ਆਫ ਲਾਈਟ ਵੀ ਆਖਦੇ ਹਨ। ਪ੍ਰਕਾਸ਼ਮਾਨ ਵਸਤੂਆਂ ਮੀਨਸ ਲਿਊਮੀਨਸ ਆਬਜੈਕਟਸ। ਅਜਿਹੀਆਂ ਵਸਤੂਆਂ ਜਿਨ੍ਹਾਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ, ਜਿਵੇਂ ਸੂਰਜ, ਤਾਰੇ,
CFL, ਮੋਮਬੱਤੀ, LED ਆਦਿ ਨੂੰ ਪ੍ਰਕਾਸ਼ਮਾਨ ਵਸਤੂਆਂ ਆਖਦੇ ਹਨ। All those objects that give out or emit light of their own are called luminous objects। ਪਿਆਰੇ ਬੱਚਿਓ, ਕੀ ਤੁਸੀਂ ਕਦੀ ਅਨੁਮਾਨ ਲਗਾਇਆ ਹੈ ਕਿ ਚੰਦ ਦਾ ਪ੍ਰਕਾਸ਼ ਆਪਣਾ ਹੋਵੇਗਾ ਜਾਂ ਕਿਤਿਓਂ ਹੋਰ ਲੈਂਦਾ ਹੋਵੇਗਾ? ਬੱਚਿਓ, ਤੁਸੀਂ ਹੈਰਾਨ ਹੋ ਜਾਵੋਗੇ ਕਿ ਚੰਦ ਦਾ ਪ੍ਰਕਾਸ਼ ਸੂਰਜ ਤੋਂ ਆ ਰਹੇ ਪ੍ਰਕਾਸ਼ ਦੇ ਪਰਿਵਰਤਨ ਦੇ ਕਾਰਨ ਹੁੰਦਾ ਹੈ। ਅਜਿਹੀਆਂ ਵਸਤੂਆਂ ਜਿਨ੍ਹਾਂ ਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ, ਸਗੋਂ ਕਿਸੇ ਦੂਸਰੀ ਵਸਤੂ ਦੇ ਪ੍ਰਕਾਸ਼ ਨੂੰ ਪਰਿਵਰਤਿਤ ਕਰਨ ਤੋਂ ਬਾਅਦ ਪ੍ਰਕਾਸ਼ ਛੱਡਦੀਆਂ ਹਨ, ਨੂੰ ਪ੍ਰਕਾਸ਼ਹੀਣ ਵਸਤੂਆਂ ਆਖਦੇ ਹਨ। All those objects which do not emit light of their own but give light after reflection from other sources are called non-luminous objects like moon। ਕੋਈ ਵਸਤੂ ਪ੍ਰਕਾਸ਼ ਨੂੰ ਆਪਣੇ ਵਿੱਚੋਂ ਪੂਰੀ ਤਰ੍ਹਾਂ, ਅਲਪ ਮਾਤਰਾ ਜਾਂ ਬਿਲਕੁਲ ਵੀ ਨਹੀਂ ਲੰਘਣ ਦਿੰਦੀ ਦੇ ਆਧਾਰ 'ਤੇ ਵਸਤੂਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਡਿਪੈਂਡਿੰਗ ਔਨ ਵੈਦਰ ਐਨ ਆਬਜੈਕਟ allows to pass light through it completely, partially, or not at all. The objects are classified into three different types। Number 1, पारदर्शी ट्रांसपेरेंट। नंबर 2, अपारदर्शी ओपेक। नंबर 3, अल्प पारदर्शी ट्रांसल्यूसेंट। पारदर्शी वस्तुआं ਉਹ ਵਸਤੂਆਂ ਜਾਂ ਪਦਾਰਥ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਲਗਭਗ ਪੂਰੀ ਤਰ੍ਹਾਂ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ਪਾਰਦਰਸ਼ੀ ਵਸਤੂਆਂ ਆਖਦੇ ਹਨ। ਉਦਾਹਰਨ ਦੇ ਤੌਰ 'ਤੇ ਕੱਚ ਦੀ ਸ਼ੀਟ, ਹਵਾ, ਪਾਣੀ ਆਦਿ। ਇਹਨਾਂ ਵਸਤੂਆਂ ਦੇ ਆਰ-ਪਾਰ ਸਪਸ਼ਟ ਦਿਖਾਈ ਦਿੰਦਾ ਹੈ। ਜਿਵੇਂ ਕਿ ਤੁਸੀਂ ਪਹਿਲੇ ਚਿੱਤਰ ਵਿੱਚ ਦੇਖ ਰਹੇ ਹੋ ਕਿ ਕੱਚ ਦੀ ਸ਼ੀਟ ਦੇ ਵਿੱਚੋਂ ਚਿਹਰਾ ਸਪਸ਼ਟ ਦਿਖਾਈ ਦਿੰਦਾ ਹੈ, ਅਤੇ ਨਾਲ ਹੀ ਦੂਸਰੇ ਚਿੱਤਰ ਵਿੱਚ ਦੇਖ ਰਹੇ ਹੋ ਕਿ ਕੱਚ ਦੇ ਗਲਾਸ ਦੇ ਵਿੱਚ ਭਰੇ ਹੋਏ ਪਾਣੀ ਵਿੱਚ ਆਰ-ਪਾਰ ਸਪਸ਼ਟ ਦਿਖਾਈ ਦਿੰਦਾ ਹੈ। ਟ੍ਰਾਂਸਪੇਰੈਂਟ ਆਬਜੈਕਟਸ। The objects or materials that allow light to pass through them almost completely are known as transparent objects। For example, glass sheet, air, water, etc. Through these objects we can see clearly। For example, you can see in the given figure 1, a child face is clearly seen through the glass sheet। Similarly, in the second picture you can see that we can see clearly through a glass of water। Hence, these are transparent objects। ਆਓ ਬੱਚਿਓ, ਆਪਾਂ ਪੜ੍ਹਦੇ ਹਾਂ ਅਪਾਰਦਰਸ਼ੀ ਵਸਤੂਆਂ ਦੇ ਬਾਰੇ। ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਬਿਲਕੁਲ ਵੀ ਲੰਘਣ ਨਹੀਂ ਦਿੰਦੀਆਂ, ਉਹਨਾਂ ਵਸਤੂਆਂ ਨੂੰ ਅਪਾਰਦਰਸ਼ੀ ਵਸਤੂਆਂ ਆਖਦੇ ਹਨ। ਉਦਾਹਰਨ ਦੇ ਤੌਰ 'ਤੇ ਗੱਤਾ, ਲੱਕੜ, ਧਾਤ, ਰਬੜ, ਸਾਡਾ ਖੁਦ ਆਪਣਾ ਸਰੀਰ, ਹੋਰ ਸੰਜੀਵ ਵਸਤੂਆਂ, ਦੀਵਾਰਾਂ, ਕੁਰਸੀਆਂ, ਟੇਬਲ, ਦਰਵਾਜ਼ੇ,
वगैरह। बच्चों, इन्हां वस्तुआं दे आर पार दिखाई नहीं दिंदा, सगों जदों इन्हां वस्तुआं उपर लाइट पाई जाती है तां इन्हां वस्तुआं दे लाइट दे उल्ट दिशा विच काले रंग दा परछावां दिखाई दिंदा है। Dear students, let's come to know about opaque objects. The objects or materials that do not allow light to pass through them almost completely are known as opaque objects. For example, cardboard, wood, metal, rubber, our body, wall, door, etc. When we put a light on the opaque objects, the light do not cross them. Instead, they produce a shadow of the object in opposite direction to the light. Dear viewers, you come across many other things in your daily life which are opaque, like table, our book, human body, any living organism, chair, gates, homes, utensils, etc. ਅਲਪ ਪਾਰਦਰਸ਼ੀ ਵਸਤੂਆਂ ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅਲਪ ਮਾਤਰਾ ਜਾਂ ਥੋੜੀ ਮਾਤਰਾ ਵਿੱਚ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ਅਲਪ ਪਾਰਦਰਸ਼ੀ ਵਸਤੂਆਂ ਆਖਦੇ ਹਨ। ਉਦਾਹਰਨ ਵਜੋਂ ਟਿਸ਼ੂ ਪੇਪਰ, ਪਤਲਾ ਕੱਪੜਾ, ਤੇਲ, ਫਰੋਸਟਡ ਗਲਾਸ, ਰੰਗ ਬਰੰਗੇ ਗਲਾਸ ਆਦਿ। ਇਹਨਾਂ ਵਸਤੂਆਂ ਦੇ ਆਰ ਪਾਰ ਦੇਖਿਆ ਜਾ ਸਕਦਾ ਹੈ, ਪਰੰਤੂ ਬਹੁਤ ਸਪਸ਼ਟ ਦਿਖਾਈ ਨਹੀਂ ਦਿੰਦਾ ਹੈ। ਜਿਵੇਂ ਕਿ ਤੁਸੀਂ ਪਹਿਲੇ ਚਿੱਤਰ ਵਿੱਚ ਦੇਖ ਰਹੇ ਹੋ ਕਿ ਇੱਕ ਲੜਕੀ ਦਾ ਚਿਹਰਾ ਧੁੰਦਲਾ ਦਿਖਾਈ ਦੇ ਰਿਹਾ ਹੈ। ਜੋ ਸ਼ੀਟ ਉਸ ਦੇ ਹੱਥਾਂ ਵਿੱਚ ਫੜੀ ਹੋਈ ਹੈ ਉਹ ਅਲਪ ਪਾਰਦਰਸ਼ੀ ਹੈ। ਇਸੇ ਤਰੀਕੇ ਨਾਲ ਤੁਸੀਂ ਦੂਸਰੇ ਚਿੱਤਰ ਵਿੱਚ ਦੇਖ ਰਹੇ ਹੋ ਕਿ ਇੱਕ ਜਿਰਾਫ ਮੱਧ ਵਿੱਚੋਂ ਬਹੁਤ ਹੀ ਧੁੰਦਲਾ ਦਿਖਾਈ ਦੇ ਰਿਹਾ ਹੈ। ਇਹ ਅਲਪ ਪਾਰਦਰਸ਼ੀ ਹੈ। ਇਸੇ ਤਰੀਕੇ ਨਾਲ ਤੀਸਰੇ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਕੱਚ ਦੇ ਫਰੋਸਟਡ ਸ਼ੀਸ਼ੇ ਦੇ ਪਾਰ ਇੱਕ ਆਦਮੀ ਦਿਖਾਈ ਦੇ ਰਿਹਾ ਹੈ, ਪਰੰਤੂ ਉਹ ਉਸ ਦਾ ਚਿਹਰਾ ਸਪਸ਼ਟ ਦਿਖਾਈ ਨਹੀਂ ਦਿੰਦਾ ਹੈ। ਬੱਚਿਓ, ਤੁਸੀਂ ਇਸ ਤਰ੍ਹਾਂ ਦੇ ਡੋਰ ਹਸਪਤਾਲਾਂ ਦੇ ਵਿੱਚ ਕਈ ਡਾਕਟਰਾਂ ਦੇ ਕਮਰਿਆਂ ਨੂੰ ਲੱਗੇ ਹੋਏ ਦੇਖੇ ਹੋਣਗੇ। ਬੱਚਿਓ, ਚੌਥੀ ਡਾਇਗਰਾਮ ਦੇ ਵਿੱਚ ਇੱਕ ਰੰਗਦਾਰ ਗਲਾਸ ਦੇ ਵਿੱਚੋਂ ਪ੍ਰਕਾਸ਼ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚਿਓ, ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼
ਹਰੇ ਰੰਗ ਦੇ ਗਲਾਸ ਦੇ ਦੂਸਰੇ ਪਾਸੇ ਬਹੁਤ ਹੀ ਘੱਟ ਮਾਤਰਾ ਵਿੱਚ ਲੰਘ ਰਿਹਾ ਹੈ। ਬੱਚਿਓ, ਅਲਪ ਪਾਰਦਰਸ਼ੀ ਵਸਤੂਆਂ ਜਿਵੇਂ ਕਿ ਸਨ ਗਲਾਸਸ ਵੀ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਰੂਰ ਦੇਖੇ ਹੋਣਗੇ। Translucent objects. The objects or materials that allow light to pass through them partially are known as translucent objects. For example, tissue paper, thin cloth, oil, frosted glass, colored glass, sunglasses, etc. Dear students, you will see in the first diagram, dear students, you will see in the first picture, a little girl carries a translucent sheet in her hands, and you will see that her face is not clearly visible through that sheet. Similarly, in the second picture, a giraffe is standing behind the window. The middle portion of the window is translucent and giraffe is not clearly visible. In the third picture, you will see that a frosted glass is used to make a partition between the room, and a person is standing behind that frosted glass wall, but the person is not clearly visible, so it means this is a translucent material. And in the fourth diagram, you will see that a light from torch is incident on a green colored glass, and transmitted light is observed on the blue colored wall, but you will see that the intensity of transmitted light is very low as compared to the intensity of the light used. So it means that the translucent objects do not allow the light completely to pass through them. You will definitely come across many other translucent materials in your life, but most translucent materials used in life are sunglasses. These glasses help our eyes to protect from the glare of the sun. ਹੇਠਾਂ ਦਿੱਤੀ ਸਾਰਣੀ ਵਿੱਚ ਪਦਾਰਥਾਂ ਨੂੰ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ ਪਾਰਦਰਸ਼ੀ ਵਿੱਚ ਵੰਡੋ। ਬੱਚਿਓ, ਅਸੀਂ ਜਿਵੇਂ ਕਿ ਲੈਸਨ ਤੋਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਹੈ ਕਿ ਪਾਰਦਰਸ਼ੀ ਵਸਤੂਆਂ ਉਹ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਕਾਸ਼ ਪੂਰਨ ਤੌਰ 'ਤੇ ਪਾਰ ਹੋ ਜਾਂਦਾ ਹੈ, ਅਤੇ ਅਪਾਰਦਰਸ਼ੀ ਉਹ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਕਾਸ਼ ਲਗਭਗ ਪਾਸ ਹੀ ਨਹੀਂ ਹੁੰਦਾ। ਅਲਪ ਪਾਰਦਰਸ਼ੀ ਵਸਤੂਆਂ ਉਹ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਕਾਸ਼ ਥੋੜ੍ਹੀ ਮਾਤਰਾ ਵਿੱਚ ਪਾਸ ਹੋ ਜਾਂਦਾ ਹੈ। ਤੋ ਬੱਚਿਓ, ਆਓ ਇਹਨਾਂ ਦੇ ਆਧਾਰ 'ਤੇ ਆਪਾਂ ਦਿੱਤੀ ਹੋਈ ਸਾਰਣੀ ਦੇ ਵਿੱਚ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ ਪਾਰਦਰਸ਼ੀ ਵਸਤੂਆਂ ਦੀ ਵੰਡ ਕਰਦੇ ਹਾਂ। ਸਭ ਤੋਂ ਪਹਿਲਾਂ ਪਾਣੀ। ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਪਾਣੀ ਕਿਸ ਕਿਸਮ ਦਾ ਪਦਾਰਥ ਹੈ? ਜੀ ਹਾਂ, ਬਿਲਕੁਲ, ਪਾਣੀ ਪਾਰਦਰਸ਼ੀ ਵਸਤੂ ਹੈ। ਟਿਸ਼ੂ ਪੇਪਰ। ਜੀ ਹਾਂ, ਟਿਸ਼ੂ ਪੇਪਰ ਅਲਪ ਪਾਰਦਰਸ਼ੀ ਵਸਤੂ ਹੈ। ਪੱਥਰ। ਬੱਚਿਓ, ਜਿਵੇਂ ਤੁਸੀਂ ਜਾਣਦੇ ਹੋ ਕਿ ਪੱਥਰਾਂ ਦੇ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ, ਅਰਥਾਤ ਪੱਥਰ ਅਪਾਰਦਰਸ਼ੀ ਵਸਤੂ ਹੈ। ਹਵਾ। ਬੱਚਿਓ, ਅਸੀਂ ਦੂਰ ਦੂਰ ਤੱਕ ਰੁੱਖਾਂ ਨੂੰ, ਇਮਾਰਤਾਂ ਨੂੰ, ਇੱਥੋਂ ਤੱਕ ਕਿ ਤਾਰਿਆਂ ਨੂੰ ਜਾਂ ਸੂਰਜ, ਚੰਦ ਨੂੰ ਵੀ ਦੇਖ ਸਕਦੇ ਹਾਂ। ਭਾਵ ਹਵਾ ਜੋ ਹੈ ਉਹ ਇੱਕ ਪਾਰਦਰਸ਼ੀ ਪਦਾਰਥ ਹੈ।
ਕਿਤਾਬ। ਜੀ ਹਾਂ ਬੱਚਿਓ, ਤੁਸੀਂ ਬਿਲਕੁਲ ਸਹੀ ਪਹਿਚਾਣਿਆ। ਕਿਤਾਬ ਇੱਕ ਅਪਾਰਦਰਸ਼ੀ ਵਸਤੂ ਹੈ ਕਿਉਂਕਿ ਇਸ ਦੇ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ। ਸ਼ੀਸ਼ਾ ਮੀਨਸ ਦਰਪਣ। ਬੱਚਿਓ, ਦਰਪਣ ਦੇ ਆਰ ਪਾਰ ਪ੍ਰਕਾਸ਼ ਨਹੀਂ ਲੰਘ ਸਕਦਾ, ਅਰਥਾਤ ਅਸੀਂ ਦਰਪਣ ਤੋਂ ਦੂਸਰੇ ਪਾਰ ਨਹੀਂ ਦੇਖ ਸਕਦੇ ਕਿਉਂਕਿ ਦਰਪਣ ਦੀ ਦੂਸਰੀ ਸਤ੍ਹਾ ਪਾਲਿਸ਼ ਕੀਤੀ ਹੁੰਦੀ ਹੈ। ਇਸ ਦਾ ਮਤਲਬ ਸ਼ੀਸ਼ਾ ਅਪਾਰਦਰਸ਼ੀ ਪਦਾਰਥ ਹੈ। ਪਤਲਾ ਕੱਪੜਾ। ਬੱਚਿਓ, ਪਤਲੇ ਕੱਪੜੇ ਵਿੱਚੋਂ ਅਸੀਂ ਕਲੀਅਰਲੀ ਆਰ ਪਾਰ ਨਹੀਂ ਦੇਖ ਸਕਦੇ। ਇਸ ਦਾ ਮਤਲਬ ਪਤਲਾ ਕੱਪੜਾ ਇੱਕ ਅਲਪ ਪਾਰਦਰਸ਼ੀ ਪਦਾਰਥ ਹੈ। ਰੀਕੈਪ। ਪਿਆਰੇ ਬੱਚਿਓ, ਅਸੀਂ ਕੀ ਪੜ੍ਹਿਆ ਹੈ? ਪ੍ਰਕਾਸ਼ ਊਰਜਾ ਦਾ ਇੱਕ ਅਜਿਹਾ ਰੂਪ ਹੈ ਜੋ ਸਾਨੂੰ ਆਲੇ ਦੁਆਲੇ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਮਦਦ ਕਰਦਾ ਹੈ। ਸੂਰਜ, ਤਾਰੇ ਅਤੇ ਜੁਗਨੂੰ ਪ੍ਰਕਾਸ਼ ਦੇ ਕੁਦਰਤੀ ਸਰੋਤ ਹਨ। CFL, LED, ਮੋਮਬੱਤੀਆਂ, ਟਿਊਬ ਲਾਈਟਾਂ ਪ੍ਰਕਾਸ਼ ਦੇ ਬਨਾਵਟੀ ਜਾਂ ਮਨੁੱਖ ਦੁਆਰਾ ਵਿਕਸਿਤ ਪ੍ਰਕਾਸ਼ ਦੇ ਸਰੋਤ ਹਨ। ਸੂਰਜ, ਤਾਰੇ, ਜੁਗਨੂੰ ਆਦਿ ਵਸਤੂਆਂ ਜਿਨ੍ਹਾਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ ਨੂੰ ਪ੍ਰਕਾਸ਼ਮਾਨ ਵਸਤੂਆਂ ਆਖਦੇ ਹਨ। ਚੰਦ ਵਰਗੀਆਂ ਵਸਤੂਆਂ ਜਿਸ ਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ, ਇਹ ਕਿਸੇ ਦੂਸਰੀ ਵਸਤੂ ਦਾ ਪ੍ਰਕਾਸ਼ ਪਰਿਵਰਤਿਤ ਕਰਦੇ ਹਨ, ਨੂੰ ਪ੍ਰਕਾਸ਼ਹੀਣ ਵਸਤੂਆਂ ਆਖਦੇ ਹਨ। Light is a form of energy which enables us to see around us. Sun, stars, and fireflies are the natural sources of light. CFL, LED, candles, tube lights are artificial or man-made sources of light. The objects like sun, stars, fireflies, etc., which have their own light are called luminous objects. The objects like moon, which do not have their own light, what they emit reflected light, are called non-luminous objects. Homework. Question number 1. Dash enables us to see objects around us. Question 2. Sun, stars, and fireflies are called dash sources of light. Give 5 examples of each transparent, translucent, and opaque objects. ਪ੍ਰਸ਼ਨ ਪਹਿਲਾ, ਡੈਸ਼ ਸਾਨੂੰ ਆਲੇ ਦੁਆਲੇ ਦੀਆਂ ਵਸਤੂਆਂ ਦੇਖਣ ਵਿੱਚ ਮਦਦ ਕਰਦੀ ਹੈ। ਪ੍ਰਸ਼ਨ 2, ਸੂਰਜ, ਤਾਰੇ ਅਤੇ ਜੁਗਨੂਆਂ ਨੂੰ ਡੈਸ਼ ਊਰਜਾ ਦੇ ਸਰੋਤ ਆਖਦੇ ਹਨ। ਪ੍ਰਸ਼ਨ 3, ਆਪਣੇ ਆਲੇ ਦੁਆਲੇ 5 ਵਸਤੂਆਂ ਦੀਆਂ ਉਦਾਹਰਨਾਂ ਦਿਓ ਜੋ ਪਾਰਦਰਸ਼ੀ, ਅਲਪ ਪਾਰਦਰਸ਼ੀ ਅਤੇ ਅਪਾਰਦਰਸ਼ੀ ਹੋਣ। ਪਿਆਰੇ ਬੱਚਿਓ, ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਹੀ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇੰਪੋਰਟੈਂਟ ਪੁਆਇੰਟਸ ਆਪਣੀਆਂ ਕਾਪੀਆਂ 'ਤੇ ਲਿਖੇ ਵੀ ਜ਼ਰੂਰ
ਹੋਣਗੇ। ਬੱਚਿਓ, ਇਸ ਲੈਸਨ ਦੀ ਦੁਬਾਰਾ ਕਰਨਾ ਅਤੇ ਪੁੱਛੇ ਗਏ ਪ੍ਰਸ਼ਨਾਂ ਨੂੰ ਆਪਣੀ ਕਾਪੀ ਉੱਤੇ ਲਿਖਣਾ। ਧੰਨਵਾਦ।